वाहिगुरु जी का खालसा वाहिगुरु जी की फतेह। परम सन्मानयोग सतगुरां दे हजूर जुड़ बैठे रब रूप गुरमुख सत्संगी जहां सतगुरु जी की बख्शिश महरामत दा सदका गुरु दर ते जुड़न दा समा नसीब होया। सतगुरु जी की इलाही बाणी का कीर्तन गुरु के प्यारे कीर्तनिया पासों आप जी ने सरवण किया। गुरु के दर जुड़ के गुरु की बाणी द्वारा वाहिगुरु नाल जुड़न का साझ पाउण का निमाणा जहाजत उपराला कर रहे हैं। सतगुरु गुरु रामदास महाराज रहमत करके अज दे इस पावन बचन अंदर समझाते हैं कि जिन्हां ने गुरु दी राही ये जान लिया कि इस संसार अंदर बंदे नूं मनुख नूं लाहा वाहिगुरु दे नाम दा ही हासिल हुंदा है कि बाकी सब ते इत्थे तोटा ही है, घाटा ही है। लाहा सिर्फ परमेश्वर दा, उहदे नाम दा। जिन्हां ने उहदे नाम दा लाहा खट्टिया उसनूं जाणिया कि यही सब तो श्रेष्ठ है, सब दा सार है। गुरु वल्लों शाबाशी उन्हां नूं मिलदी, गुरु उन्हां नूं सत्कार दिंदा है। सतगुरु कहंदे गुर पूरे शाबाश चलन जाणिया, लाहा नाम सुसार शब्द समाणिया। पूरे गुरु नूं जिसने सानू सोझी बख्शी, ये गुरु दी शाबाशी। ये गुरु ने बंदे नूं ये जणाया कि इत्थे हमेशा नहीं रहना। गुरु ने आप इस गल नूं जान लिया कि ये संसार स्थिर नहीं है, इसलिए गुरु दे चरनां नाल जुड़न वाला गुरु दे राही ये जान लैंदा है ये संसार, इस संसार दीयां चीज़ां, इत्थे रहन वाले असीं सब जीव हमेशा नहीं रवांगे। असीं हमेशा इत्थे स्थिर नहीं रहना। अज पढ़ के इत्थों तुर ही जाना है, अज पढ़ के इत्थों चले ही जाना है। इस करके सतगुरु कहंदे जिन्हां इस संसार नूं झूठ जान लिया, जिन्हां समझ लिया कि अज पढ़ के सब कुछ बिनस जाएगा, ये शरीर भी जिहड़ा साडे नाल ही जन्मिया। सतगुरु कहंदे जो तन उपजिया संग ही सो पी संग ना होआ। ये शरीर जिहड़ा साडे संग साडे नाल ही जन्मिया, ये शरीर भी साडे नाल नहीं रहेगा, ये भी बिनस जाएगा। इसनूं दफन कर दिता जाएगा मिट्टी विच, जां इसनूं चिखा ते साड़ दिता जाएगा। जो रहेगा वो सिर्फ परमेश्वर है। जिन्हां इस सच नूं जान लिया वो वाहिगुरु दे नाम दा लाहा खट्टण वाले पासे हो तुरे, वो परमेश्वर दे नाम वाले पासे हो तुरे। मौत एक ऐसी शय है जिस राही बंदा वाहिगुरु वाले पासे नूं हो तुरदा है। मौत दा डर ही बंदे नूं रब दा चेता करा दिंदा है। उंज भावें बंदा रब नूं कदे याद ना करे, कदे उहदा चेता ना करे,
ਪਰ ਮੌਤ ਦਾ ਨਾਮ ਆਉਂਦਿਆਂ ਹੀ ਇਹਦੀ ਜ਼ੁਬਾਨ ਦੇ ਉੱਤੇ ਰੱਬ ਦਾ ਨਾਮ ਆ ਜਾਂਦਾ ਹੈ। ਮੌਤ ਦੀ ਗੱਲ ਸੁਣਦਿਆਂ ਹੀ ਇਸ ਨੂੰ ਪਰਮੇਸ਼ਰ ਚੇਤੇ ਆਉਣ ਲੱਗ ਜਾਂਦਾ। ਕਈ ਵਾਰੀ ਐਸਾ ਹੁੰਦਾ ਹੈ ਕਿ ਕਈ ਲੋਕ ਇਸ ਡਰ ਕਰਕੇ ਹੀ ਵਾਹਿਗੁਰੂ ਵਾਲੇ ਪਾਸੇ ਜੁੜ ਜਾਂਦੇ ਨੇ। ਕਈ ਐਸੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਨੇੜੇ ਤੇੜੇ ਬਹੁਤ ਸਾਰੀਆਂ ਮੌਤਾਂ ਕੁਛ ਹੀ ਸਮੇਂ ਦੇ ਦੌਰਾਨ ਦੇਖ ਲਈਆਂ। ਥੋੜੇ ਸਮੇਂ ਦੇ ਥੋੜੇ ਅੰਤਰਾਲ ਨਾਲ ਉਹਨਾਂ ਨੇ ਮੌਤਾਂ ਵੇਖੀਆਂ ਆਪਣੀ ਰਿਸ਼ਤੇਦਾਰੀ ਵਿੱਚ, ਪਰਿਵਾਰ ਵਿੱਚ, ਆਂਢ ਗੁਆਂਢ ਵਿੱਚ, ਨੇੜੇ ਤੇੜੇ। ਤਾਂ ਉਸ ਚੀਜ਼ ਨੇ ਮਨ ਨੂੰ ਠਹਿਰਾਅ ਵਿੱਚ ਲੈ ਆਂਦਾ। ਉਸ ਚੀਜ਼ ਨੇ ਮਨ ਨੂੰ ਟਿਕਾ ਦਿੱਤਾ ਕਿ ਅੱਜ ਪੜ ਕੇ ਤੇਰੀ ਵਾਰੀ ਵੀ ਆਉਣ ਵਾਲੀ ਹੈ। ਜਦੋਂ ਮਨ ਇਸ ਗੱਲ ਨੂੰ ਜਾਣ ਲੈਂਦਾ ਤਾਂ ਫਿਰ ਉਹ ਬਹੁਤੀ ਦੌੜ ਭੱਜ ਨਹੀਂ ਕਰਦਾ। ਫਿਰ ਬੰਦੇ ਦੀ ਦੌੜ ਭੱਜ ਨਹੀਂ ਰਹਿ ਜਾਂਦੀ। ਜਦ ਦੇਸੀ ਪਿਆ ਕਿ ਇਹ ਰਹਿਣਾ ਹੈ ਹੀ ਨਹੀਂ ਤਾਂ ਫਿਰ ਦੌੜਨਾ ਕਿਸ ਗੱਲ ਲਈ। ਸਤਿਗੁਰੂ ਕਹਿੰਦੇ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾਰ। ਜਿਨ੍ਹਾਂ ਨੇ ਇਸ ਸੰਸਾਰ ਤੋਂ ਚੱਲਣਾ ਜਾਣ ਲਿਆ ਉਹ ਬਹੁਤਾ ਵਿਸਥਾਰ ਨਹੀਂ ਕਰਦੇ ਚੀਜ਼ਾਂ ਦਾ। ਉਹ ਬਹੁਤੇ ਆਪਣੇ ਖਿਲਾਰੇ ਨਹੀਂ ਖਿਲਾਰਦੇ। ਜਿਨ੍ਹਾਂ ਸੱਚ ਨੂੰ ਜਾਣ ਲਿਆ ਤੇ ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਸਿਮਰਨ ਵਾਲੇ ਪਾਸੇ ਲੱਗ ਜਾਂਦੇ ਨੇ, ਉਹਦੀ ਬੰਦਗੀ ਵਾਲੇ ਪਾਸੇ ਤੁਰ ਜਾਂਦੇ ਹੋ। ਲਾਹਾ ਨਾਮ ਸੁਸਾਰ, ਉਹ ਵਾਹਿਗੁਰੂ ਦੇ ਨਾਮ ਦਾ ਲਾਹਾ ਜੋ ਸਭ ਕਾਸੇ ਦਾ ਸਾਰ ਹੈ, ਸ੍ਰੇਸ਼ਟ ਜੋ ਸਭ ਚੀਜ਼ਾਂ ਦਾ ਸਾਰ। ਉਹਦੇ ਸਾਹਮਣੇ ਸਭ ਚੀਜ਼ਾਂ ਫਿੱਕੀਆਂ ਨੇ, ਅਧੂਰੀਆਂ ਨੇ। ਉਹਦਾ ਨਾਮ ਸਭ ਤੋਂ ਉੱਤਮ। ਉਹਦੇ ਸਾਹਮਣੇ ਸਾਰੇ ਧਾਰਮਿਕ ਕਰਮ, ਪੂਜਾ ਪਾਠ, ਜਪ ਤਪ ਸਭ ਉਹਦੇ ਸਾਹਮਣੇ ਕੁਛ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਉਹਦੇ ਨਾਮ ਨੂੰ ਸਿਮਰ, ਬਸ ਉਸ ਨੂੰ ਯਾਦ ਕਰ। ਜਦੋਂ ਹੀ ਸਾਡੇ ਮਨ ਅੰਦਰ ਉਹਦੀ ਯਾਦ ਆ ਵਸੇਗੀ ਸਾਨੂੰ ਉਹਦਾ ਚੇਤਾ ਆ ਜਾਏਗਾ। ਜਿਹੜਾ ਸਾਨੂੰ ਵਿਸਰਿਆ ਹੋਇਆ, ਜਿਹੜਾ ਸਾਨੂੰ ਸੰਸਾਰ ਦੀ ਰੰਗ ਰੌਣਕ ਦੇਖ ਕੇ, ਰੂਪ ਰੰਗ ਦੇਖ ਕੇ ਭੁੱਲਿਆ ਹੋਇਆ, ਜਦੋਂ ਉਹ ਸਾਨੂੰ ਯਾਦ ਆ ਜਾਂਦਾ ਹੈ ਤਦੋਂ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਤਦੋਂ ਸਾਡਾ ਉਹਦੇ ਵਿੱਚ ਸਮਾਉਣਾ ਹੁੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਸ਼ਬਦ ਸਮਾਣਿਆ। ਸ਼ਬਦ ਰਾਹੀਂ ਅਸੀਂ ਫਿਰ ਉਹਦੇ ਵਿੱਚ ਲੀਨ ਹੁੰਦੇ ਹਾਂ। ਜਿਵੇਂ ਜਿਵੇਂ ਗੁਰੂ ਦਾ ਸ਼ਬਦ ਅਸੀਂ ਬੋਲਦੇ ਜਾਂਦੇ ਹਾਂ, ਪੜ੍ਹਦੇ ਜਾਂਦੇ ਹਾਂ, ਵਿਚਾਰਦੇ ਜਾਂਦੇ ਹਾਂ, ਸੁਣਦੇ ਜਾਂਦੇ ਹਾਂ, ਉਵੇਂ ਅਸੀਂ ਉਹਦੇ ਵਿੱਚ ਲੀਨ ਹੁੰਦੇ ਹਾਂ। ਉਵੇਂ ਸਾਡੀ ਉਹਦੇ ਵਿੱਚ ਸਮਾਈ ਹੁੰਦੀ ਜਾਂਦੀ। ਜਿਵੇਂ ਤੁਸੀਂ ਕਿਸੇ ਸਰੋਵਰ ਵਿੱਚ, ਕਿਸੇ ਤਲਾਬ ਵਿੱਚ, ਕਿਸੇ ਦਰਿਆ ਵਿੱਚ ਇੱਕ ਕਦਮ ਪਾਣੀ ਦੇ ਵਿੱਚ ਨੂੰ ਰੱਖਦੇ ਜਾਓ, ਹੌਲੀ ਹੌਲੀ ਬੰਦਾ ਇੱਕ ਕਦਮ ਕਰਦਾ ਗਹਿਰਾਈ ਦੇ ਵਿੱਚ ਵੱਲ ਨੂੰ ਵੱਧਦਾ ਜਾਂਦਾ ਹੈ ਤੇ ਫਿਰ ਹੌਲੀ ਹੌਲੀ ਪੈਰ ਤੋਂ ਲੈ ਕੇ ਪਾਣੀ ਗਰਦਨ ਤੱਕ ਪਹੁੰਚ ਜਾਂਦਾ ਹੈ ਤੇ ਬੰਦਾ ਫਿਰ ਉਹਦੇ ਵਿੱਚ ਚੁੱਭੀ ਲੈਂਦਾ ਹੈ, ਪੂਰੀ ਤਰ੍ਹਾਂ ਡੁੱਬ ਜਾਂਦਾ ਹੈ, ਪੂਰੀ ਤਰ੍ਹਾਂ ਆਪਣੇ ਆਪ ਨੂੰ ਡੁਬੋ ਲੈਂਦਾ ਹੈ। ਬਸ ਐਸਾ ਹੀ ਕੁਛ ਜਾਣੋ। ਜਿਵੇਂ ਜਿਵੇਂ ਤੁਸੀਂ ਸ਼ਬਦ ਸੁਣਦੇ ਜਾਓਗੇ, ਜਿਵੇਂ ਜਿਵੇਂ ਉਸ ਨੂੰ ਪੜ੍ਹਦੇ ਜਾਓਗੇ, ਆਪਣੇ ਆਪ ਨੂੰ ਉਹਦੇ ਸ਼ਬਦ ਵਿੱਚ, ਉਹਦੀ ਬਾਣੀ ਵਿੱਚ ਡੁਬੋਂਦੇ ਜਾਣਾ, ਉਹਦੇ ਵਿੱਚ ਲੀਨ ਕਰਦੇ ਜਾਣਾ। ਜਦੋਂ ਪੂਰੀ ਤਰ੍ਹਾਂ ਲੀਨ ਹੋ ਜਾਵਾਂਗੇ, ਜਦੋਂ ਸਾਡੇ ਮਨ ਦੇ ਫੁਰਨੇ, ਜਦੋਂ ਸਾਡੇ ਮਨ ਦੇ ਵਿਚਾਰ ਸਭ
बिल्कुल खत्म हो जाणगे तां उस वाहिगुरू दे विच इकमिकता हो जाती, उहदे विच लीनता हो जाती। इसलिए उहदे विच मिलण तो पहलां साडे विचारां, साडे ख्यालां, साडी मैं, जो भी चीज़ सानू वाहिगुरू नालों वखरा करदी है, जदों वो हर चीज़ बिनस जाती है तदों असीं उहदे विच लीन हुंदे आ। उस तो पहलां नहीं। इस करके सतगुरु कहंदे गुरु दे शब्द तो बिना तेरे मन विच कोई विचार ना होवे, गुरु दे शब्द तो बिना कोई ख्याल ना होवे, कुछ भी नहीं। बस जदों इस तरह साडे मन विच सिर्फ वो होवेगा तां ही उहदे विच लीनता हुंदी। सतगुरु कहंदे लाहा नाम सुसार, वाहिगुरू दे नाम दा लाहा जो सब तो श्रेष्ठ है उन्हां नूं हासिल होया शब्द समाणिया, जिहड़े शब्द विच समा गए। गुरु रामदास महाराज दा बचन है, सतगुरु कहंदे गुरबाणी बणी है, गुरु दे चरनां नाल जुड़ के गुरु दे बचनां जैसा, गुरु दी बाणी जैसा ही हो जा, वैसा ही हो जा जैसा गुरु दा शब्द है। इसलिए गुरु दे शब्द राही उहदे विच लीन होवेगा तां वाहिगुरू दे नाम दा लाहा मिलेगा। सतगुरु कहंदे इस संसार अंदर जो भी मनुख आया उस मनुख दा इस जीवन विच जन्म अते मौत दा लेख धुरों ही लिखिया होया। आया मरण धुरां, धुर तो ही बंदे दा मरण, साडे जन्म दे नाल साडा मरना भी तय है। वो गल वखरी है कि असीं जन्म दे नाल मौत नूं कदे देखदे नहीं, जबकि हुंदे दोनों नाल नाल ही ने, दोनों नाल नाल ही चलदे ने, ये कदे एक दूसरे तो वखरे हुंदे ही नहीं। जिवें सुख ते दुख ये दोनों नाल नाल चलदे ने, सुख दे पिछे दुख छिपिया हुंदा है, जिवें एक सिक्के दे दो पहलू ने, दोनों इक्को नहीं हुंदे, दोनों वक्खो वखरे हुंदे ने, पर हुंदे इक्को सिक्के दे नाल ने, एक पासे दुख एक पासे सुख। ऐसा ही जन्म ते मरण है। सानू जन्म दिखाई दिंदा है ते सतगुरु कहंदे बंदा की करदा, जन्मे को बाजे बजाए, गुरु दी बाणी दा वचन। जदों जन्म हुंदा है तां बाजे गाजे वजाउंदा है, इस नूं दूसरा पक्ष कदे ख्याल नहीं हुंदा। ये सोले गाउंदा है, ये खुशी दे गीत गाउंदा है, पर जिस दिन मौत हुंदी है उस दिन ये धाहां मार मार रोंदा है, उस दिन कुरलाउंदा है। इसलिए इहदे जीवन विच सहज नहीं है, साडे जीवन विच टिका नहीं है, क्योंकि ना असीं जन्म नाल राजी हाँ ते ना असीं मौत नाल राजी हाँ। सतगुरु कहंदे दोनां नूं एक चीज़ नूं छड्डिया नहीं जा सकदा। असीं मौत नूं छड्डना चाहुंदे हां ते जन्म नूं पकड़ना चाहुंदे हां, असीं बीमारी नूं छड्डना चाहुंदे हां, रोग नूं ते तंदुरुस्ती नूं पकड़ के रखना चाहुंदे हां। ये संभव नहीं है, ये संभव नहीं है। असीं दुख नूं त्यागना चाहुंदे ते सुख नूं रखना चाहुंदे हां, ये कदे भी संभव नहीं। जद तक साडे शरीर विच साह चलदे ने उदों तक ये चीज़ां संभव नहीं हो सकदियां। जिस दिन असीं मर जांदे हां उस दिन ना दुख हुंदा ते ना सुख हुंदा, उस दिन ना रोग हुंदा ते ना तंदुरुस्ती हुंदी है, उस दिन ना जन्म है ना मौत, कुछ भी नहीं। मुर्दे नूं की है? कुछ नहीं, ना मान है ना अपमान है।
ਉਹਦੇ ਗਲ 'ਚ ਜੁੱਤੀਆਂ ਦਾ ਹਾਰ ਪਾ ਦਿਓ, ਕੀ ਫਰਕ ਪੈਂਦਾ ਹੈ? ਫੁੱਲਾਂ ਦਾ ਹਾਰ ਪਾ ਦਿਓ, ਕੀ ਫਰਕ ਪੈਂਦਾ ਹੈ? ਮੁਰਦੇ ਨੂੰ ਕੋਈ ਫਰਕ ਪੈਂਦਾ ਹੈ? ਕੋਈ ਫਰਕ ਨਹੀਂ ਪੈਂਦਾ ਉਸ ਨੂੰ, ਕਿਉਂਕਿ ਉਹ ਤੇ ਮੁਰਦਾ ਹੈ। ਜਿਉਂਦੇ ਬੰਦੇ ਨੂੰ ਹੀ ਫਰਕ ਪੈਂਦਾ ਚੀਜ਼ਾਂ ਨਾਲ। ਇਸ ਲਈ ਇਹ ਖਿਆਲ ਰੱਖਣਾ ਕਿ ਜਿੱਥੇ ਜੀਵਨ ਹੋਵੇਗਾ, ਜ਼ਿੰਦਗੀ ਹੋਵੇਗੀ, ਖਤਰਾ ਉੱਥੇ ਹੋਵੇਗਾ। ਮੁਰਦੇ ਨੂੰ ਕਦੇ ਖਤਰਾ ਨਹੀਂ ਹੁੰਦਾ, ਉਹਨੂੰ ਕੋਈ ਖਤਰਾ ਨਹੀਂ। ਮੁਰਦੇ ਨੂੰ ਕਿਸ ਗੱਲ ਦਾ ਖਤਰਾ? ਕਿ ਉਹਨੂੰ ਕੋਈ ਬਿਮਾਰੀ ਲੱਗ ਜਾਏਗੀ? ਨਹੀਂ। ਉਹਨੂੰ ਮੌਤ ਆ ਜਾਏਗੀ? ਨਹੀਂ। ਉਹਨੂੰ ਕਿਸ ਗੱਲ ਦਾ ਖਤਰਾ? ਅਸੀਂ ਲੋਕ ਨਾ ਮੁਰਦਾ ਹੋਣਾ ਚਾਹੁੰਦੇ ਹਾਂ। ਗੱਲ ਨੂੰ ਸਮਝਣਾ, ਅਸੀਂ ਲੋਕ ਮੁਰਦਾ ਹੋਣਾ ਚਾਹੁੰਦੇ ਹਾਂ। ਮੁਰਦਾ ਹੋਣ ਦਾ ਮਤਲਬ ਕਿ ਕੋਈ ਦੁੱਖ ਨਹੀਂ ਆਵੇਗਾ। ਮੁਰਦਾ ਹੋਣ ਦਾ ਮਤਲਬ ਕੋਈ ਬਿਮਾਰੀ ਨਹੀਂ ਆਵੇਗੀ। ਮੁਰਦਾ ਹੋਣ ਦਾ ਮਤਲਬ ਕੋਈ ਅਪਮਾਨ ਨਹੀਂ ਹੋਵੇਗਾ। ਇਹੀ ਚਾਹੁੰਦੇ ਹਾਂ ਅਸੀਂ ਲੋਕ, ਕਿ ਕੋਈ ਅਪਮਾਨ ਨਾ ਕਰੇ, ਕੋਈ ਬਿਮਾਰੀ ਨਾ ਆਵੇ, ਕੋਈ ਰੋਗ ਨਾ ਲੱਗੇ, ਕੋਈ ਤਕਲੀਫ ਨਾ ਹੋਵੇ, ਕੋਈ ਸਾਡੀ ਇਨਸਲਟ ਨਾ ਕਰ ਜਾਏ। ਜਦ ਤੱਕ ਜਿਉਂਦੇ ਰਹੋਗੇ ਇਹ ਚੀਜ਼ਾਂ ਹੋਣਗੀਆਂ ਹੀ ਹੋਣਗੀਆਂ, ਇਹ ਵਾਪਰਨਗੀਆਂ। ਕੋਈ ਮਾਣ ਵੀ ਦੇਵੇਗਾ, ਕੋਈ ਅਪਮਾਨ ਵੀ ਕਰੇਗਾ, ਕੋਈ ਸਤਿਕਾਰ ਵੀ ਦੇਵੇਗਾ ਤੇ ਕੋਈ ਇਨਸਲਟ ਵੀ ਕਰੇਗਾ। ਜਦੋਂ ਤੱਕ ਜਿਉਂਦੇ ਹਾਂ, ਜਦੋਂ ਤੱਕ ਜਿਉਂਦੇ ਹਾਂ, ਮਾੜੀ ਮੋਟੀ ਬਿਮਾਰੀ, ਮਾੜਾ ਮੋਟਾ ਰੋਗ ਬੁਖਾਰ ਹੋਵੇਗਾ ਹੀ ਹੋਵੇਗਾ। ਇਸ ਸਰੀਰ ਦੇ ਨਾਲ ਚੱਲਣਾ ਹੀ ਚੱਲਣਾ ਹੈ। ਇਸ ਲਈ ਜਿੱਥੇ ਜੀਵਨ ਹੈ ਉੱਥੇ ਖਤਰਾ ਹੋਵੇਗਾ, ਜਿੱਥੇ ਜੀਵਨ ਨਹੀਂ ਹੈ ਉੱਥੇ ਕੋਈ ਖਤਰਾ ਨਹੀਂ ਹੈ। ਉੱਥੇ ਕੋਈ ਖਤਰਾ ਨਹੀਂ। ਸਤਿਗੁਰੂ ਕਹਿੰਦੇ ਆਇਆ ਮਰਨ ਤੁਰਾਂ, ਧੁਰ ਤੋਂ ਹੀ ਸਾਡਾ ਮਰਨ ਸਾਡੇ ਜਨਮ ਦੇ ਨਾਲ ਆਇਆ। ਜਿਸ ਦਿਨ ਅਸੀਂ ਜਨਮੇ ਉਸੇ ਦਿਨ ਸਾਡੀ ਮੌਤ ਦਾ ਦਿਨ ਵੀ ਤੈਅ ਹੋ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਘਬਰਾਉਣ ਦੀ, ਡਰਨ ਦੀ ਜ਼ਰੂਰਤ ਨਹੀਂ ਹੈ। ਜਿਹਨੇ ਜਨਮ ਦੇ ਅੰਦਰੋਂ ਮੌਤ ਦੇਖ ਲਈ ਉਸ ਬੰਦੇ ਨੂੰ ਦੁੱਖ ਨਹੀਂ ਵਿਆਪਦਾ ਕਦੇ। ਜਿਹਨੇ ਸੁੱਖ ਦੇ ਵਿੱਚੋਂ ਦੁੱਖ ਨੂੰ ਦੇਖ ਲਿਆ, ਜਿਹਨੇ ਜਵਾਨੀ ਦੇ ਵਿੱਚੋਂ ਬੁਢਾਪੇ ਨੂੰ ਦੇਖ ਲਿਆ, ਕਿਉਂਕਿ ਜਵਾਨੀ ਨੇ ਬੁਢਾਪੇ 'ਚ ਬਦਲਣਾ। ਜਿਹਨੇ ਜਵਾਨੀ ਵਿੱਚੋਂ ਬੁਢਾਪਾ ਜਾਣ ਲਿਆ ਕਿ ਇਸ ਸਰੀਰ ਨੇ ਬੁੱਢਾ ਹੋ ਜਾਣਾ ਹੈ, ਤੇ ਜਿਹਨੇ ਬੁਢਾਪੇ 'ਚੋਂ ਮੌਤ ਜਾਣ ਲਈ ਉਸ ਨੂੰ ਭਲਾ ਮੌਤ ਕਿੱਥੇ ਡਰਾ ਲਏਗੀ? ਉਹਨੂੰ ਬੁਢਾਪਾ ਕਿੱਥੋਂ ਡਰਾਏਗਾ? ਜਿਹਨੇ ਜਵਾਨੀ ਵਿੱਚ ਹੀ ਬੁਢਾਪਾ ਦੇਖ ਲਿਆ। ਇਸ ਲਈ ਸਤਿਗੁਰੂ ਕਹਿੰਦੇ ਇਸ ਗੱਲ ਨੂੰ ਜਾਣ ਲੈ ਕਿ ਜਨਮ ਦੇ ਨਾਲ ਹੀ ਮੌਤ ਹੈ ਤੇ ਮੌਤ ਧੁਰ ਤੋਂ ਹੀ ਉਸ ਵਾਹਿਗੁਰੂ ਵੱਲੋਂ ਹੀ ਤੈਅ ਹੈ। ਆਇਆ ਮਰਨ ਤੁਰਾਂ, ਹਉਮੈ ਰੋਈ ਹੈ। ਪਰ ਬੰਦਾ ਹਉਮੈ ਦੇ ਵਿੱਚ ਰੋਂਦਾ ਹੈ, ਹਉਮੈ ਵਿੱਚ ਭਟਕਦਾ ਹੈ। ਹੰਕਾਰੀ ਬੰਦੇ ਨੂੰ ਲੱਗਦਾ ਹੀ ਨਹੀਂ ਕਿ ਮੈਂ ਮਰਾਂਗਾ। ਹਉਮੈ ਵਿੱਚ ਫਸੇ ਬੰਦੇ ਨੂੰ ਕਦੇ ਲੱਗਦਾ ਹੈ? ਕਦੇ ਵੀ ਨਹੀਂ ਲੱਗਦਾ ਉਸ ਨੂੰ ਕਿ ਮੇਰੀ ਮੌਤ ਹੋਵੇਗੀ। ਉਹ ਐਵੇਂ ਹੀ ਰਹਿ ਜਾਂਦਾ ਹੈ। ਗੁਰਮੁਖ ਨਾਮ ਤੇ ਆਏ, ਗੁਰੂ ਦੇ ਚਰਨਾਂ ਨਾਲ ਜੁੜ ਕੇ, ਵਾਹਿਗੁਰੂ ਦਾ ਨਾਮ ਧਿਆ ਕੇ ਅਸਥਿਰ ਹੋਈਏ, ਬੰਦਾ ਹਮੇਸ਼ਾ ਲਈ ਸਥਿਰ ਹੋ ਜਾਂਦਾ ਹੈ। ਗੁਰੂ ਨਾਲ ਜੁੜ ਕੇ, ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਬੰਦਾ ਸਥਿਰ ਹੋ ਜਾਂਦਾ ਹੈ। ਭਾਵ ਹਮੇਸ਼ਾ ਰਹਿਣ ਵਾਲਾ। ਹਮੇਸ਼ਾ ਰਹਿਣ ਵਾਲਾ ਕਿਵੇਂ? ਕਿ ਉਹਦਾ ਨਾਂ ਹਮੇਸ਼ਾ ਰਹਿੰਦਾ ਹੈ। ਉਹ ਸਰੀਰਕ ਤੌਰ ਤੇ ਮਰ ਜਾਂਦਾ ਹੈ ਪਰ ਉਹ ਆਤਮਿਕ ਤੌਰ ਤੇ ਹਮੇਸ਼ਾ ਲਈ ਜੀ ਉੱਠਦਾ ਹੈ। ਜਿਵੇਂ ਭਗਤ, ਜਿਵੇਂ ਗੁਰਸਿੱਖ, ਜਿਵੇਂ ਗੁਰੂ ਸਾਹਿਬ, ਉਹ ਕਦੇ ਮਰੇ ਹੀ ਨਹੀਂ। ਉਹ ਕਦੇ ਨਹੀਂ ਮਰਦੇ। ਹਾਂ, ਸਰੀਰ ਮਰ ਗਿਆ, ਸਰੀਰ ਖਤਮ ਹੋ ਗਿਆ। ਸਤਿਗੁਰੂ ਕਹਿੰਦੇ ਸਾਕਤ ਮਰੈ ਸੰਤ ਸਭ ਜੀਵੈ। ਸਾਕਤ ਮਰਦੇ ਨੇ ਤੇ ਸੰਤ ਹਮੇਸ਼ਾ ਜਿਉਂਦੇ ਨੇ। ਬੇਸ਼ੱਕ ਸੰਤਾਂ ਨੂੰ, ਸਾਧੂਆਂ ਨੂੰ ਵੀ ਲੋਕਾਂ ਨੇ ਆਪਣੇ ਹੱਥੀਂ
ਦਫਨ ਕੀਤਾ ਹੋਵੇਗਾ, ਆਪਣੇ ਹੱਥੀਂ ਜਲ ਪ੍ਰਵਾਹ ਕੀਤਾ ਹੋਵੇਗਾ, ਆਪਣੇ ਹੱਥੀਂ ਉਹਨਾਂ ਨੂੰ ਚਿਖਾ ਦੇ ਉੱਤੇ ਅਗਨ ਭੇਂਟ ਕੀਤਾ ਹੋਵੇਗਾ, ਪਰ ਸਾਧੂ ਫਿਰ ਵੀ ਮਰਦਾ ਨਹੀਂ। ਉਹ ਅਮਰ ਹੁੰਦਾ ਹੈ, ਉਹਦਾ ਸਰੀਰ ਮਰ ਜਾਂਦਾ ਹੈ ਪਰ ਉਹ ਨਹੀਂ ਮਰਦਾ। ਇਸ ਲਈ ਸਤਿਗੁਰੂ ਕਹਿੰਦੇ ਸਾਕਤ ਮਰੈ ਸੰਤ ਸਭ ਜੀਵੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਨਾਮ ਧਿਆਏ ਅਸਥਿਰ ਹੋਈ ਹੈ। ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਹੜਾ ਬੰਦਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਉਹ ਹਮੇਸ਼ਾ ਰਹਿਣ ਵਾਲਾ ਹੋ ਜਾਂਦਾ ਹੈ, ਉਹ ਹਮੇਸ਼ਾ ਲਈ ਸਥਿਰ ਹੋ ਗਿਆ। ਗੁਰ ਪੂਰੇ ਸ਼ਾਬਾਸ਼ ਚੱਲਣ ਜਾਣਿਆ। ਪੂਰੇ ਗੁਰੂ ਨੂੰ ਸ਼ਾਬਾਸ਼ ਹੈ, ਜਿਹਦੀ ਰਾਹੀਂ ਮੈਂ ਇਸ ਸੰਸਾਰ ਵਿੱਚੋਂ ਜਾਣਾ, ਚੱਲਣਾ, ਤੁਰ ਜਾਣਾ, ਜਾਣ ਲਿਆ ਕਿ ਇੱਥੇ ਹਮੇਸ਼ਾ ਨਹੀਂ ਰਹਿਣਾ। ਗੁਰੂ ਦੇ ਰਾਹੀਂ ਮੈਂ ਜਾਣ ਲਈ ਇਹ ਗੱਲ। ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ, ਕਿ ਗੁਰੂ ਦੇ ਸ਼ਬਦ ਵਿੱਚ ਜਦੋਂ ਜੁੜ ਕੇ ਵਾਹਿਗੁਰੂ ਵਿੱਚ ਸਮਾ ਗਏ ਤਦੋਂ ਵਾਹਿਗੁਰੂ ਦੇ ਨਾਮ ਦਾ ਲਾਹਾ ਹਾਸਲ ਹੋਇਆ ਜੋ ਸਭ ਤੋਂ ਸ੍ਰੇਸ਼ਟ ਹੈ। ਰਹਾਉ ਪੂਰਬ ਲਿਖੇ ਡੇ ਸੇ ਆਏ ਮਾਇਆ। ਸਤਿਗੁਰੂ ਕਹਿੰਦੇ ਜਿਹੜੇ ਦਿਨ ਪੂਰਬ ਲਿਖੇ, ਜਿਹੜੇ ਪਹਿਲੇ ਲਿਖੇ ਸਨ ਉਹ ਆ ਗਏ। ਉਹ ਦਿਨ ਆ ਗਿਆ, ਉਹ ਦਿਨ ਸਾਡੇ ਇਸ ਸੰਸਾਰ ਤੋਂ ਤੁਰ ਜਾਣ ਦਾ। ਉਹ ਕਿਹੜਾ ਦਿਨ ਹੈ ਇਹ ਕੋਈ ਦੱਸ ਨਹੀਂ ਸਕਦਾ, ਕੋਈ ਨਹੀਂ ਇਸ ਨੂੰ ਦੱਸ ਸਕਦਾ। ਹਾਂ, ਜਨਮ ਦਾ ਦਿਨ ਭਾਵੇਂ ਡਾਕਟਰ ਦੱਸਦਾ ਕਿ ਹਾਂ ਜੀ ਇਸ ਦਿਨ ਜਨਮ ਹੋਵੇਗਾ, ਪਰ ਮੌਤ ਦਾ ਦਿਨ ਕੋਈ ਡਾਕਟਰ ਨਹੀਂ ਦੱਸ ਸਕਦਾ, ਕੋਈ ਨਹੀਂ ਬਿਆਨ ਕਰ ਸਕਦਾ ਕਿ ਮੌਤ ਦਾ ਦਿਨ ਕਦੋਂ ਆਏਗਾ। ਸਤਿਗੁਰੂ ਕਹਿੰਦੇ ਆ ਹੀ ਜਾਏਗਾ ਅੱਜ ਭਲਕੇ। ਪੂਰਬ ਲਿਖੇ ਡੇ ਸੇ ਆਏ ਮਾਇਆ। ਉਹ ਆ ਗਏ ਦਿਨ, ਇਹ ਮਾਇਆ ਦੇ ਦਿਨ। ਚੱਲਣ ਅੱਜ ਕੇ ਕੱਲ ਧੁਰੋਂ ਫਰਮਾਇਆ। ਅੱਜ ਕੇ ਕੱਲ ਤੁਰ ਜਾਣਾ ਹੈ ਇਸ ਸੰਸਾਰ ਦੇ ਵਿੱਚੋਂ। ਵਾਹਿਗੁਰੂ ਨੇ ਇਹ ਧੁਰ ਤੋਂ ਹੀ ਫਰਮਾਨ ਕੀਤਾ ਕਿ ਅਸੀਂ ਅੱਜ ਕੇ ਕੱਲ, ਅੱਜ ਜਾਂ ਕੱਲ ਤੁਰ ਜਾਵਾਂਗੇ ਇੱਥੋਂ। ਅਸੀਂ ਤੁਰਨਾ ਹੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਬਹੁਤਾ ਖਿਲਾਰ ਨਾ ਖਿਲਾਰ, ਆਪਣੀ ਮੌਤ ਨੂੰ ਹਮੇਸ਼ਾ ਚੇਤੇ ਰੱਖ। ਦੂਸਰੇ ਦੀ ਮੌਤ ਵਿੱਚੋਂ ਆਪਣੀ ਮੌਤ ਨੂੰ ਦੇਖਣ ਦਾ ਯਤਨ ਕਰ ਕਿ ਕੋਈ ਆਂਢ ਗੁਆਂਢ ਵਿੱਚੋਂ ਚਲਾ ਗਿਆ ਤਾਂ ਇਹ ਸਮਝ ਕੇ ਮੈਂ ਵੀ ਚਾਹਾਂਗਾ, ਮੈਂ ਵੀ ਮਰ ਜਾਵਾਂਗਾ, ਦੂਸਰਾ ਮਰ ਗਿਆ। ਇਸ ਲਈ ਪਤਾ ਨਹੀਂ ਸਾਡਾ ਅੱਜ ਦਾ ਦਿਨ ਆਖਰੀ ਹੋਵੇ, ਕੱਲ੍ਹ ਦਾ ਦਿਨ ਆਖਰੀ ਹੋਵੇ, ਕਿਹੜਾ ਦਿਨ ਸਾਡਾ, ਕਿਹੜਾ ਪਲ ਆਖਰੀ ਹੈ, ਕੌਣ ਜਾਣਦਾ ਹੈ। ਕਿਹੜਾ ਵੇਲਾ ਸਾਡਾ ਅੰਤ ਵੇਲਾ ਹੈ, ਕੌਣ ਜਾਣਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਤੂੰ ਬਸ ਜਿਹੜਾ ਸਾਹ ਲੈ ਰਿਹਾ ਹੈ ਨਾ, ਇਸੇ ਸਾਹ ਨੂੰ ਗਿਣ ਕਿ ਇਹੀ ਮੇਰਾ ਹੈ, ਅਗਲੇ ਸਾਹ ਦਾ ਮੈਨੂੰ ਭਰੋਸਾ ਨਹੀਂ ਹੈ। ਕੱਲ ਦੀ ਗੱਲ ਛੱਡੋ ਕਿ ਕੱਲ ਨੂੰ ਸਾਡਾ ਆਖਰੀ ਦਿਨ ਹੋਵੇਗਾ ਜਾਂ ਨਹੀਂ, ਪਤਾ ਨਹੀਂ, ਪਰ ਸਤਿਗੁਰੂ ਕਹਿੰਦੇ ਤੂੰ ਇਸ ਇੱਕ ਸਾਹ ਦੀ ਵੀ ਗਾਰੰਟੀ ਨਹੀਂ ਲੈ ਸਕਦਾ, ਕਿਉਂਕਿ ਹਮ ਆਦਮੀ ਹਾਂ ਇੱਕਦਮੀ। ਅਸੀਂ ਇੱਕਦਮ ਦੇ ਆਦਮੀ ਹਾਂ। ਸਾਡਾ ਭਰੋਸਾ ਇੱਕਦਮ ਦਾ ਹੈ ਕਿ ਜਿਹੜਾ ਸਾਹ ਆ ਰਿਹਾ ਬਸ ਇਹੀ ਸਾਡਾ ਹੈ। ਅਗਲੇ ਪਲ ਕੁਛ ਨਹੀਂ ਪਤਾ, ਅਗਲੇ ਪਲ ਕੀ ਹੋਵੇਗਾ, ਅਗਲੇ ਪਲ ਦੀ ਖਬਰ ਕਿਸੇ ਨੂੰ ਨਹੀਂ ਹੈ। ਇਸ ਲਈ ਸਤਿਗੁਰੂ ਕਹਿੰਦੇ ਚੱਲਣ ਅੱਜ ਕੇ ਕੱਲ ਧੁਰੋਂ ਫਰਮਾਇਆ। ਵਾਹਿਗੁਰੂ ਨੇ ਇਹ ਧੁਰ ਤੋਂ ਹੀ ਫਰਮਾਨ ਕੀਤਾ ਹੈ ਕਿ ਇਸ ਸੰਸਾਰ ਵਿੱਚੋਂ ਤੁਰ ਜਾਣਾ ਅੱਜ ਤੇ ਕੱਲ ਦੀ ਗੱਲ ਹੈ। ਅੱਜ ਕੱਲ ਤੁਰ ਜਾਵਾਂਗੇ। ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਸਤਿਗੁਰੂ ਕਹਿੰਦੇ ਉਹਨਾਂ ਨੇ ਆਪਣਾ ਜਨਮ ਵਿਅਰਥ ਗਵਾਇਆ। ਉਹਨਾਂ ਆਪਣਾ ਜਨਮ ਵਿਅਰਥ ਗਵਾ ਦਿੱਤਾ, ਬਿਰਥਾ, ਕਿਉਂਕਿ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ ਹੋਇਆ। ਉਹਦੇ ਨਾਮ ਨੂੰ ਵਿਸਾਰਨ ਨਾਲ ਸਾਡਾ ਜੀਵਨ ਵਿਅਰਥ ਹੁੰਦਾ ਹੈ।
ਸਾਡਾ ਜੀਵਨ ਬੇਕਾਰ ਹੁੰਦਾ ਹੈ, ਬੇਅਰਥ ਹੁੰਦਾ ਹੈ ਜਦੋਂ ਅਸੀਂ ਉਸ ਨੂੰ ਵਿਸਾਰ ਦਿੰਦੇ ਹਾਂ। ਉਹਨੂੰ ਵਿਸਾਰਨ ਕਰਕੇ ਸਾਡਾ ਕੀਤਾ ਕਰਿਆ ਸਭ ਚਲਿਆ ਜਾਂਦਾ ਹੈ। ਜੇ ਅਸੀਂ ਲੱਖ ਸੇਵਾ ਕਰੀਏ, ਲੱਖ ਚੰਗੇ ਕਰਮ ਕਰੀਏ, ਲੱਖ ਦਾਨ ਪੁੰਨ ਕਰੀਏ, ਪਰ ਰੱਬ ਦੀ ਯਾਦ ਸਾਡੇ ਦਿਲ ਵਿੱਚ ਨਾ ਹੋਵੇ, ਉਹ ਸਾਡੇ ਚਿੱਤ ਚੇਤੇ ਵਿੱਚੋਂ ਵਿਸਰਿਆ ਹੋਵੇ, ਤਾਂ ਸਾਡੇ ਸਾਰੇ ਕਰਮ ਬੇਕਾਰ। ਅਸੀਂ ਇਸ ਜੀਵਨ ਦੇ ਵਿੱਚ ਘਰ-ਬਾਰ ਹਾਸਲ ਕੀਤਾ, ਮਹਿਲ ਮਾੜੀਆਂ ਬਣਾ ਲਈਆਂ, ਚੀਜ਼ਾਂ ਹਾਸਲ ਕਰ ਲਈਆਂ, ਉੱਚੇ ਰੁਤਬੇ ਹਾਸਲ ਕਰ ਲਏ, ਬਹੁਤ ਕੁਝ ਖੱਟਿਆ, ਬੜਾ ਕੁਝ ਕਮਾਇਆ, ਜ਼ਮੀਨਾਂ ਦੇ ਮਾਲਕ ਹੋ ਗਏ, ਆਪਣੇ ਧੀਆਂ ਪੁੱਤਾਂ ਨੂੰ ਵੀ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਾ ਦਿੱਤਾ। ਪਰ ਸਤਿਗੁਰੂ ਕਹਿੰਦੇ ਜੇ ਵਾਹਿਗੁਰੂ ਚਿੱਤ ਵਿੱਚ ਨਹੀਂ ਤਾਂ ਫਿਰ ਇਹ ਵੀ ਸਾਰਾ ਕੁਝ ਬੇਕਾਰ, ਇਹ ਵੀ ਸਭ ਚੀਜ਼ਾਂ ਬੇਅਰਥ। ਇਹ ਮਹਿਲ ਮਾੜੀਆਂ ਕਿਸ ਕੰਮ ਦੀਆਂ? ਕਿਸੇ ਕੰਮ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਮਹਿਲ ਮਾੜੀਆਂ ਢੱਠੀਆਂ ਕੰਮ ਨਾ ਆਵਣੀ ਪਾਸੋਂ ਚਿਤਵੀਆਂ। ਇਹ ਸੋਹਣੀਆਂ ਮਹਿਲ ਮਾੜੀਆਂ ਇਹ ਕਿਸੇ ਕੰਮ ਨਹੀਂ ਆਉਂਦੀਆਂ ਜੇ ਇਹਨਾਂ ਦੇ ਅੰਦਰ ਰਹਿਣ ਵਾਲੇ ਬੰਦੇ ਰੱਬ ਨੂੰ ਵਿਸਾਰ ਕੇ ਬੈਠੇ ਹੋਣ। ਜੇ ਪਰਮੇਸ਼ਰ ਨੂੰ ਭੁਲਾ ਕੇ ਉਹ ਇਹਨਾਂ ਦਾ ਆਨੰਦ ਲੈ ਰਹੇ ਹੋਣ ਤਾਂ ਇਹਨਾਂ ਵਿੱਚ ਕੋਈ ਸੁੱਖ ਨਹੀਂ, ਇਹ ਬੇਕਾਰ ਹੈ। ਬਿਰਥਾ ਜਨਮ ਤੇ ਨਾ ਜਿਨੀ ਨਾਮ ਵਿਸਾਰਿਆ, ਜੂਏ ਖੇਲਣ ਅੱਜ ਜੱਗ ਕਿ ਇਹ ਮਨ ਹਾਰਿਆ। ਸਤਿਗੁਰੂ ਕਹਿੰਦੇ ਉਹਨਾਂ ਨੇ ਆਪਣੇ ਜੀਵਨ ਨੂੰ ਬੇਅਰਥ ਗਵਾਇਆ, ਜੂਏ ਦੀ ਬਾਜ਼ੀ ਵਾਂਗ। ਜਿਵੇਂ ਕੋਈ ਜੁਆਰੀ ਜੂਆ ਖੇਡਦਾ, ਉਹ ਜੂਏ ਦੀ ਖੇਡ ਖੇਡਦਾ ਤੇ ਉਹਦੇ ਵਿੱਚ ਆਪਣਾ ਸਭ ਕੁਝ ਦਾਅ ਤੇ ਲਾ ਕੇ ਆਪਣਾ ਸਭ ਕੁਝ ਗਵਾ ਲੈਂਦਾ ਹੈ। ਉਹ ਆਪਣਾ ਸਭ ਕੁਝ ਗਵਾ ਲੈਂਦਾ ਹੈ। ਜੂਏ ਖੇਲਣ ਜੱਗ, ਜੂਏ ਦੀ ਖੇਲ ਹੈ ਇਹ ਜਗਤ। ਇੱਥੇ ਲੋਕ ਮਾਇਆ ਮਗਰ ਲੱਗ ਕੇ, ਕਾਮ ਕ੍ਰੋਧ ਮਗਰ ਲੱਗ ਕੇ ਆਪਣਾ ਸਭ ਕੁਝ ਗਵਾ ਲੈਂਦੇ ਰਹੇ। ਜਿਵੇਂ ਬੰਦਾ ਲਾਲਚ ਕਰਦਾ ਨਾ ਜੂਏ ਵਿੱਚ ਕਿ 100 ਰੁਪਇਆ ਲਾਵਾਂਗਾ 1000 ਮਿਲ ਜਾਏਗਾ, 1000 ਲਾਵਾਂਗਾ ਲੱਖ ਮਿਲ ਜਾਏਗਾ, ਲਾਲਚ ਕਰਦਾ ਹੈ ਕਿ ਡਬਲ ਹੋ ਜਾਏਗਾ, ਡਬਲ ਤੋਂ ਵੀ ਵੱਧ ਮਿਲ ਜਾਏਗਾ, ਲਾਲਚ ਕਰਦਾ ਹੈ। ਲੋਭ ਵਿੱਚ ਆ ਕੇ ਉਹ ਆਪਣਾ ਸਭ ਕੁਝ ਦਾਅ ਤੇ ਲਾ ਦਿੰਦਾ ਹੈ। ਸਤਿਗੁਰੂ ਕਹਿੰਦੇ ਐਸਾ ਹੀ ਕਿ ਜਦੋਂ ਬੰਦਾ ਮਾਇਆ ਦਾ ਲਾਲਚ ਕਰਦਾ ਹੈ ਕਿ ਇਹ ਮਾਇਆ ਮਿਲੇਗੀ, ਇਹ ਹੋਵੇਗਾ ਤੇ ਇਹਦੇ ਨਾਲ ਹੋਰ ਚੀਜ਼ਾਂ ਮਿਲ ਜਾਣਗੀਆਂ, ਮਾਇਆ ਨਾਲ ਬੜਾ ਸੁੱਖ ਮਿਲੇਗਾ, ਸੁੱਖ ਦੀ ਲਾਲਸਾ ਕਰਦਾ ਹੈ ਕਿ ਕਾਮ ਕ੍ਰੋਧ ਵਿੱਚੋਂ ਸੁੱਖ ਮਿਲੇਗਾ, ਰੁਤਬਿਆਂ ਵਿੱਚੋਂ ਅਹੁਦਿਆਂ ਵਿੱਚੋਂ ਸੁੱਖ ਮਿਲੇਗਾ। ਪਰ ਬੰਦਾ ਉਹਦਾ ਦੂਸਰਾ ਪੱਖ ਕਦੇ ਵੀ ਨਹੀਂ ਦੇਖਦਾ ਕਿ ਉਹਦਾ ਦੂਸਰਾ ਪੱਖ ਵੀ ਹੈ। ਕਿ ਜੇ ਇਹ ਖਿਆਲ ਰੱਖਣਾ ਕਿ ਤੁਹਾਡੇ ਮਨ ਅੰਦਰ ਕੋਈ ਇੱਛਾ ਹੋ ਸਕਦੀ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਮਨਾ ਹੋ ਸਕਦੀ, ਉਹ ਇੱਛਾ ਅਸੀਂ ਚਾਹੁੰਦੇ ਹਾਂ ਪੂਰੀ ਹੋ ਜਾਵੇ, ਸਾਡੀ ਕਾਮਨਾ ਪੂਰੀ ਹੋ ਜਾਏ। ਹਰ ਬੰਦਾ ਚਾਹੁੰਦਾ ਹੈ ਕਿ ਮੇਰੀ ਆਹ ਫਲਾਣੀ ਕਾਮਨਾ ਹੈ ਇਹ ਪੂਰੀ ਹੋਵੇ। ਪਰ ਅਸੀਂ ਇਸ ਗੱਲ ਦਾ ਕਦੇ ਵੀ ਖਿਆਲ ਨਹੀਂ ਕਰਦੇ ਕਿ ਉਸ ਕਾਮਨਾ ਦੇ ਬਦਲੇ ਵਿੱਚ ਸਾਨੂੰ ਕੁਝ ਹੋਰ ਵੀ ਦੇਣਾ ਪਵੇਗਾ। ਅਸੀਂ ਚਾਹੁੰਦੇ ਹਾਂ ਕੁਝ ਕਿ ਮਿਲੇ, ਪਰ ਉਹਦੇ ਬਦਲੇ ਵਿੱਚ ਦੇਣਾ ਵੀ ਪਵੇਗਾ ਕੁਝ। ਉਹਦਾ ਨਤੀਜਾ ਸਾਡੀ ਐਕਸਪੈਕਟੇਸ਼ਨ ਤੋਂ ਵੱਖਰਾ ਹੋ ਸਕਦਾ ਹੈ। ਜੋ ਅਸੀਂ ਚਾਹੁੰਦੇ ਹਾਂ ਸਾਡੀ ਸੋਚ ਤੋਂ ਵੱਖਰਾ ਉਹਦਾ ਨਤੀਜਾ ਹੋ ਸਕਦਾ ਹੈ, ਕਿਉਂਕਿ ਉਹ ਚੀਜ਼ ਹਾਲੇ ਮਿਲੀ ਨਹੀਂ ਹੈ। ਸਾਨੂੰ ਲੱਗਦਾ ਹੈ ਕਿ ਫਲਾਣੀ ਚੀਜ਼ ਮਿਲੇਗੀ ਤਾਂ ਸੁੱਖ ਬਹੁਤ ਮਿਲੇਗਾ, ਸਾਨੂੰ ਲੱਗਦਾ ਹੈ ਕਿ ਇਹ ਨੌਕਰੀ ਮਿਲ ਜਾਏਗੀ ਤਾਂ ਬਹੁਤ ਸੁੱਖ ਹਾਸਲ ਹੋਵੇਗਾ, ਸਾਨੂੰ ਲੱਗਦਾ ਹੈ ਕਿ ਸਾਡਾ ਕਾਰੋਬਾਰ ਵੱਧ ਜਾਏਗਾ, ਕਾਰੋਬਾਰ 'ਚ ਵਾਧਾ ਹੋ ਜਾਏਗਾ ਤਾਂ ਬਹੁਤ ਸੁੱਖ ਮਿਲੇਗਾ। ਸਾਨੂੰ ਵਾਧਾ ਦਿਸਦਾ ਹੈ ਕਿ 4 ਪੈਸੇ ਦਾ ਵੱਧ ਪ੍ਰੋਫਿਟ ਹੋਵੇਗਾ, ਉਹ ਪ੍ਰੋਫਿਟ ਦਿਸਦਾ ਹੈ, ਪਰ ਉਸ ਕਾਰੋਬਾਰ ਦੇ ਵਧਣ ਨਾਲ ਜਿਹੜੇ ਚਿੰਤਾਵਾਂ ਵਧਣਗੀਆਂ, ਜੋ ਇੱਧਰ ਉੱਧਰ ਪਾਸੇ ਜ਼ਿੰਮੇਵਾਰੀਆਂ ਵਧਣਗੀਆਂ,
ਉਹਨਾਂ ਦਾ ਖਿਆਲ ਨਹੀਂ ਬੰਦਾ ਕਰਦਾ। ਕਾਰੋਬਾਰ ਦੇ ਬਦਲਣ ਨਾਲ ਹੋਰ ਬੰਦੇ ਰੱਖਣੇ ਪੈਣਗੇ, ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਮੈਨੇਜ ਕਰਨਾ ਪਏਗਾ, ਹੋਰ ਬਹੁਤ ਸਾਰੇ ਝਮੇਲੇ ਵਧਣਗੇ, ਉਹਨਾਂ ਦਾ ਖਿਆਲ ਨਹੀਂ ਕਰਦਾ। ਜਦੋਂ ਬੰਦੇ ਦਾ ਕਾਰੋਬਾਰ ਵੱਧ ਜਾਂਦਾ, ਇਹ ਸਾਰੇ ਝਮੇਲੇ ਵੀ ਆ ਪੈਂਦੇ ਨੇ, ਤਾਂ ਫਿਰ ਬੰਦਾ ਕਹਿੰਦਾ ਕਿ ਮੈਂ ਦੁਖੀ ਪਤਾ ਨਹੀਂ ਕਿਉਂ। ਅਸੀਂ ਆਪ ਹੀ ਦੁੱਖ ਵਧਾਉਂਦੇ ਆ ਆਪਣਾ, ਕਿਉਂਕਿ ਅਸੀਂ ਐਕਸਪੈਕਟ ਕੁਝ ਹੋਰ ਕਰਦੇ ਆ ਤੇ ਉਹ ਨਿਕਲਦਾ ਕੁਝ ਹੋਰ ਹੈ। ਹਮੇਸ਼ਾ ਐਸਾ ਹੀ ਹੁੰਦਾ। ਜੇ ਤੁਹਾਨੂੰ ਕਿਸੇ ਚੀਜ਼ ਕਰਕੇ ਦੁੱਖ ਹਾਸਲ ਹੋਇਆ ਤਾਂ ਤੁਸੀਂ ਉਹਦੇ ਪਿੱਛੇ ਪਹਿਲਾਂ ਇਹ ਦੇਖੋ ਕਿ ਤੁਸੀਂ ਗੁਰੂ ਦੇ ਕੋਲੋਂ ਮੰਗ ਕੀ ਮੰਗੀ ਸੀ, ਕਾਮਨਾ ਕੀ ਕੀਤੀ ਸੀ, ਅਰਦਾਸ ਕੀ ਕੀਤੀ ਸੀ। ਉਹਨੂੰ ਬਹਿ ਕੇ ਕਿਸੇ ਵਕਤ ਠੰਮੇ ਨਾਲ ਸੋਚਣਾ, ਵਿਚਾਰਨਾ, ਤੇ ਵਿਚਾਰਨ ਤੋਂ ਬਾਅਦ ਉਸ ਗੱਲ ਨੂੰ ਸਮਝਣਾ ਕਿ ਇੱਥੇ ਗਲਤੀ ਕਿੱਥੇ ਹੋਈ ਹੈ ਸਾਡੇ ਕੋਲੋਂ। ਜੇ ਸਾਡੇ ਘਰ ਵਿੱਚ ਦੁੱਖ ਆਇਆ ਹੈ ਤਾਂ ਉਹਦਾ ਜ਼ਰੂਰ ਕੋਈ ਨਾ ਕੋਈ ਕਾਰਨ ਸਾਡਾ ਆਪਣਾ ਹੀ ਹੈ, ਸਾਡੀ ਆਪਣੀ ਹੀ ਮੰਗ ਹੈ ਕੋਈ। ਇਸ ਕਰਕੇ ਦੁੱਖ ਕਦੇ ਕਿਸੇ ਬੰਦੇ ਨੂੰ ਕਿਸੇ ਹੋਰ ਦੀ ਵਜ੍ਹਾ ਕਰਕੇ ਨਹੀਂ ਮਿਲਦਾ, ਉਹ ਆਪਣੀ ਵਜ੍ਹਾ ਕਰਕੇ ਹੀ ਮਿਲਦਾ ਹੈ। ਜਿਵੇਂ ਉਹ ਜੁਆਰੀ ਜੂਏ ਵਿੱਚ ਸਭ ਕੁਝ ਆਪਣਾ ਉਡਾ ਦਿੰਦਾ ਹੈ ਤੇ ਦੁਖੀ ਹੁੰਦਾ ਹੈ, ਤੇ ਫਿਰ ਉਹ ਆਪਣੀ ਕਿਸਮਤ ਨੂੰ ਕੋਸਦਾ ਹੈ ਕਿ ਮੇਰੀ ਕਿਸਮਤ ਮਾੜੀ। ਜਦ ਕਿ ਲਾਲਚ ਦੇ ਵੱਸ ਹੋ ਕੇ ਉਹਨੇ ਐਸਾ ਕੀਤਾ ਤੇ ਆਪਣਾ ਗਵਾ ਲਿਆ ਸਭ ਕੁਝ, ਤੇ ਹੁਣ ਉਹ ਕਹਿੰਦਾ ਜੀ ਕਿਸਮਤ ਮੇਰੇ ਭਾਗਾਂ ਵਿੱਚ ਹੀ ਨਹੀਂ ਸੀ। ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਗਲਤੀਆਂ ਆਪ ਕਰਦੇ ਨੇ, ਪਾਪ ਆਪ ਕਰਦੇ ਨੇ, ਕੁਕਰਮ ਆਪ ਕਰਦੇ ਨੇ, ਬਾਅਦ ਵਿੱਚ ਨਾਮ ਕਲਯੁਗ ਦਾ ਲਾ ਦਿੰਦੇ ਨੇ ਕਿ ਕਲਯੁਗ ਦੀ ਵਜ੍ਹਾ ਕਰਕੇ ਇਹ ਹੋਇਆ। ਇਹੋ ਜਿਹੇ ਲੋਕ ਜੀਵਨ ਵਿੱਚ ਕਦੇ ਸੁਖੀ ਨਹੀਂ ਹੁੰਦੇ, ਉਹਨਾਂ ਨੂੰ ਕਦੇ ਸੁੱਖ ਨਹੀਂ ਮਿਲਦਾ। ਉਹਨਾਂ ਨੂੰ ਸਤਿਗੁਰੂ ਕਹਿੰਦੇ ਉਹਨਾਂ ਨੇ ਜੂਏ ਵਿੱਚ ਆਪਣਾ ਜੀਵਨ ਹਾਰ ਲਿਆ। ਜੂਏ ਖੇਲਣ ਜੱਗ ਕਿ ਇਹ ਮਨ ਹਾਰਿਆ, ਮਨ ਹਾਰ ਗਿਆ, ਮਨ ਹਾਰ ਹੀ ਲਿਆ ਉਹਨਾਂ ਨੇ ਜੂਏ ਦੇ ਵਿੱਚ, ਕਿਉਂਕਿ ਮਨ ਤਾਂ ਹੁਣ ਕਾਮ ਕ੍ਰੋਧ ਵਿੱਚ ਹੀ ਲੱਗਾ ਰਹਿੰਦਾ ਹੈ, ਮਨ ਤੇ ਲੋਭ ਮੋਹ ਵਿੱਚ ਹੀ ਲੱਗਾ ਰਹਿੰਦਾ ਹੈ, ਮਨ ਉਧਰੋਂ ਨਿਕਲਦਾ ਹੀ ਨਹੀਂ। ਜੀਵਨ ਮਰਨ ਸੁੱਖ ਹੋਏ, ਸਤਿਗੁਰੂ ਕਹਿੰਦੇ ਉਹਨਾਂ ਨੂੰ ਜੀਵਨ ਮਰਨ ਸੁੱਖ ਹੁੰਦਾ, ਭਾਵ ਜਨਮ ਤੋਂ ਲੈ ਕੇ ਮਰਨ ਤੱਕ ਉਹਨਾਂ ਦਾ ਜਨਮ ਵੀ ਸੁੱਖ ਤੇ ਉਹਨਾਂ ਦੀ ਮੌਤ ਵੀ ਸੁੱਖ। ਜੀਵਨ ਮਰਨ ਸੁੱਖ ਹੋਏ ਕਿਹਨਾਂ? ਜਿਨ੍ਹਾਂ ਗੁਰ ਪਾਇਆ, ਜਿਨ੍ਹਾਂ ਨੇ ਗੁਰੂ ਪਾ ਲਿਆ, ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਉਹਨਾਂ ਦਾ ਜੰਮਣਾ ਵੀ ਸੁੱਖ ਹੋ ਗਿਆ, ਉਹਨਾਂ ਦਾ ਮਰਨਾ ਵੀ ਸੁੱਖ ਹੋ ਗਿਆ। ਗੁਰੂ ਦੇ ਰਾਹੀਂ ਹੀ ਸਾਨੂੰ ਜੀਵਨ ਦਾ ਸਹੀ ਪਤਾ ਚੱਲਦਾ ਹੈ। ਅਸੀਂ ਗੁਰੂ ਦੇ ਰਾਹੀਂ ਜਨਮਦੇ ਹਾਂ। ਜਦੋਂ ਅਸੀਂ ਮਾਂ-ਬਾਪ ਦੇ ਘਰ ਜਨਮੇ, ਉਸ ਜਨਮ ਰਾਹੀਂ ਸਾਨੂੰ ਆਹ ਸਰੀਰ ਹਾਸਲ ਹੋਇਆ। ਪਰ ਜਦੋਂ ਅਸੀਂ ਗੁਰੂ ਦੇ ਰਾਹੀਂ ਜਨਮਦੇ ਹਾਂ, ਗੁਰੂ ਦੇ ਰਾਹੀਂ ਕਿਵੇਂ ਜਨਮਦੇ ਹਾਂ? ਜਦੋਂ ਅਸੀਂ ਗੁਰੂ ਦਾ ਲੜ ਫੜ ਲੈਂਦੇ ਹਾਂ, ਜਦੋਂ ਅਸੀਂ ਗੁਰੂ ਵਾਲੇ ਹੋ ਜਾਂਦੇ ਹਾਂ। ਗੁਰੂ ਸਾਨੂੰ ਇੱਕ ਨਵਾਂ ਜੀਵਨ ਦਿੰਦਾ ਹੈ, ਇੱਕ ਨਵਾਂ ਜੀਵਨ ਪ੍ਰਦਾਨ ਕਰਦਾ ਹੈ। ਜਿਵੇਂ ਜਦੋਂ ਤੱਕ ਸੱਜਣ ਗੁਰੂ ਨਾਨਕ ਸਾਹਿਬ ਨੂੰ ਨਹੀਂ ਮਿਲਿਆ ਸੀ, ਉਦੋਂ ਉਹ ਠੱਗ ਸੀ, ਚੋਰ ਸੀ, ਲੁਟੇਰਾ ਸੀ, ਉਹਦਾ ਇੱਕ ਵੱਖਰਾ ਜੀਵਨ ਸੀ। ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਉਸ ਦਿਨ ਉਹਦਾ ਨਵਾਂ ਜਨਮ ਹੋਇਆ, ਇਹ ਵਾਲਾ ਜਨਮ ਹੈ। ਉਸ ਦਿਨ ਉਹ ਸੱਜਣ ਸੰਤ ਹੋਇਆ। ਇਹ ਜਨਮ, ਇਹ ਨਵਾਂ ਜਨਮ, ਗੁਰੂ ਇਹ ਨਵਾਂ ਜਨਮ ਦਿੰਦਾ ਹੈ ਸਾਨੂੰ, ਤੇ ਇਹ ਜਨਮ ਸੁੱਖ ਨਾਲ ਗੁਜ਼ਰਦਾ ਹੈ। ਇਹ ਜਨਮ ਸੁੱਖ ਨਾਲ ਗੁਜ਼ਰਦਾ ਹੈ। ਇਸ ਲਈ ਇਸ ਨੂੰ ਸਤਿਗੁਰੂ ਕਹਿੰਦੇ ਜੀਵਨ ਮਰਨ ਸੁੱਖ ਹੋਏ, ਕਿ ਜਨਮ ਤੇ ਮਰਨ ਦਾ ਸੁੱਖ ਹੋ ਜਾਂਦਾ ਹੈ, ਤੇ ਉਹਦਾ ਮਰਨਾ ਵੀ ਫਿਰ ਸੁੱਖ ਨਾਲ, ਕਿਉਂਕਿ ਗੁਰੂ ਹਰ ਵੇਲੇ ਨਾਲ ਹੈ, ਤਾਂ ਫਿਰ ਮਰਨਾ ਵੀ ਸੁੱਖ ਹੋ ਜਾਂਦਾ ਹੈ। ਨਾਨਕ ਸੱਚੇ ਸੱਚ, ਸੱਚ ਸਮਾਇਆ। ਜਿਨ੍ਹਾਂ ਨੇ ਸੱਚ ਨੂੰ ਹੀ ਧਾਰਨ ਕੀਤਾ, ਜਿਹੜੇ ਸੱਚ ਵਿੱਚ ਹੀ ਜੁੜੇ ਰਹੇ, ਉਹ ਹਮੇਸ਼ਾ ਲਈ ਸੱਚ ਵਿੱਚ ਸਮਾ ਗਏ। ਨਾਨਕ ਸੱਚੇ ਸੱਚ, ਸੱਚ ਸਮਾਇਆ। ਸੱਚ ਦਾ ਧਾਰਨੀ ਸੱਚ ਵਿੱਚ ਹੀ ਸਮਾ ਜਾਂਦਾ ਹੈ, ਉਸ ਸੱਚੇ ਵਿੱਚ ਲੀਨ ਹੋ ਜਾਂਦਾ ਹੈ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਗੁਰੂ ਦੇ ਦਰ ਤੋਂ ਸੱਚ ਨੂੰ ਧਾਰਨ ਕਰਕੇ ਉਸ ਸੱਚੇ ਵਾਹਿਗੁਰੂ ਵਿੱਚ ਲੀਨ ਹੋ ਜਾਈਏ, ਗੁਰੂ ਦਾ ਲੜ ਫੜ ਕੇ।
ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ ਭੁੱਲਾਂ ਨਾ ਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।